स्वागत है तुहाडा किसान वीरों भैनों भरावो विद्यार्थी ते विद्यार्थियों। पंजाब की इस जरखेज़ धरती के लिए पंजाब खेतीबाड़ी यूनिवर्सिटी वालों अत्यंत सिफारिशां कीतियां गईयां, खास करके नवीं फसलों वाल आउण दे लई यूनिवर्सिटी वालों कई उपराले कीते जांदे हन। इस संदर्भ च असीं अज लड़ी विच गल करांगे पंजाब दे विच सेबां दी काश्त। पंजाब खेतीबाड़ी यूनिवर्सिटी वालों 29 किस्मां ਵੱਖ-ਵੱਖ ਥਾਂ ਤੋਂ ਲਿਆਂਦੀਆਂ ਗਈਆਂ, ਈਵਨ ਇੰਡੀਆ ਵਿੱਚੋਂ ਵੀ ਲੈਂਦੀਆਂ ਗਈਆਂ, ਅਮਰੀਕਾ 'ਚੋਂ ਲੈਂਦੀਆਂ ਗਈਆਂ। तो पंजाब खेतीबाड़ी यूनिवर्सिटी के कैंपस लुधियाना विखे जो स्थित है, उस तो बाद दूजे होर स्टेशनों विखे इस विच खोजां कीतियां गईयां। खोजां उपरंत 2 किस्मां जो है यूनिवर्सिटी वालों सिफारिश की गई हैं। इस संदर्भ में असीं गल करते हैं डॉक्टर अनिरुद्ध ठाकुर जी नाल, जो कि फल विज्ञान विभाग के तैनात हैं, बतौर विज्ञानी तैनात हैं। ये जो पंजाब के सारियां खोजां कीतियां गईयां, ये फल विज्ञान विभाग वालों एक सुदृढ़ टीम वालों तैयार कीतियां गईयां। असीं गल करते हैं ਕਿਹੜੀਆਂ ਕੰਡੀਸ਼ਨਾਂ ਨੇ, ਕਿਸ ਹਾਲਾਤਾਂ ਦੇ ਵਿੱਚ ਸੇਬ ਦੀ ਖੇਤੀ ਪੰਜਾਬ ਦੇ ਵਿੱਚ ਸੰਭਵ ਤੇ ਕਿਹੜੀਆਂ ਸਿਫਾਰਿਸ਼ ਕਿਸਮਾਂ ਨੇ। ਖਿਆਲ ਤੁਸੀਂ ਰੱਖਿਓ ਕਿਉਂਕਿ ਮਾਰਕੀਟ ਦੇ ਵਿੱਚ ਇੱਕ ਸਿਫਾਰਿਸ਼ ਕੀਤੀਆਂ ਕਿਸਮਾਂ ਵੀ ਉਪਲਬਧ ਹਨ, ਇੱਕ ਗੈਰ ਸਿਫਾਰਿਸ਼ ਵੀ ਉਪਲਬਧ ਹਨ। ਇਹ ਜ਼ਿੰਮੇਵਾਰੀ ਤੁਹਾਡੀ ਹੈ, ਕਿਹੜੀ ਤੁਸੀਂ ਅਪਣਾਉਣੀ ਹੈ, ਕਿਹੜੀ ਨਹੀਂ ਅਪਣਾਉਣੀ। ਮਿਲਦੇ ਹਾਂ ਠਾਕੁਰ ਜੀ ਨਾਲ। किसान वीरों सत श्री अकाल। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਪੰਜਾਬ ਦੇ ਸੇਬ ਦੀ ਕਾਸ਼ਤ ਬਾਰੇ। ਤੇ ਕਿਸਾਨ ਵੀਰੋ, ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਜਿਹੜਾ ਸੇਬ ਹੈਗਾ ਇੱਕ ਠੰਡੇ ਇਲਾਕਿਆਂ ਦਾ ਫਲ ਹੈਗਾ ਤੇ ਸੇਬਾਂ ਦੀ ਜ਼ਿਆਦਾਤਰ ਕਿਸਮਾਂ ਨੂੰ ਸਰਦੀਆਂ ਦੇ ਵਿੱਚ ਲਗਭਗ 800 ਤੋਂ ਲੈ ਕੇ 1200 ਘੰਟੇ 7.2 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਚਾਹੀਦੇ ਹੁੰਦੇ ਨੇ, ਜਿਹਦੇ ਕਰਕੇ ਇਹ ਆਮ ਤੌਰ ਤੇ ਜ਼ਿਆਦਾਤਰ ਠੰਡੇ ਇਲਾਕਿਆਂ ਦੇ ਵਿੱਚ ਲਾਇਆ ਜਾਂਦਾ ਹੈ। ਤੇ ਭਾਰਤ ਦੇ ਸੇਬ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ ਤੇ ਉੱਤਰ ਪੂਰਬ ਦੇ ਸੂਬਿਆਂ ਜਿਵੇਂ ਅਰੁਣਾਚਲ ਪ੍ਰਦੇਸ਼ ਵਗੈਰਾ ਦੇ ਵਿੱਚ ਉਗਾਇਆ ਜਾਂਦਾ ਹੈ। ਤੇ ਹਾਲਾਂਕਿ ਪੂਰੇ ਭਾਰਤ ਦੇ ਵਿੱਚ ਸੇਬ ਨੂੰ ਉਗਾਉਣ ਲਈ ਜਿਹੜਾ ਢੁਕਵਾਂ ਮੌਸਮ ਹੈ ਸਿਰਫ ਥੋੜ੍ਹੇ ਜਿਹੇ ਸੂਬਿਆਂ ਦੇ ਵਿੱਚ ਹੈਗਾ। ਫਿਰ ਵੀ ਜੇ ਅਸੀਂ ਗੱਲ ਕਰੀਏ ਤੇ ਅੰਬ, ਨਿੰਬੂ ਜਾਤੀ ਦੇ ਫਲ ਤੇ ਕੇਲਿਆਂ ਦੇ ਬਾਅਦ ਸੇਬ ਜਿਹੜਾ ਭਾਰਤ ਦਾ ਰਕਬੇ ਦੇ ਹਿਸਾਬ ਨਾਲ ਚੌਥੇ ਨੰਬਰ ਦਾ ਫਲ ਹੈਗਾ। ਤੇ ਲਗਭਗ 3 ਲੱਖ ਹੈਕਟੇਅਰ ਰਕਬਾ ਸੇਬ ਦੀ ਖੇਤੀ ਹੇਠ ਭਾਰਤ ਦੇ ਵਿੱਚ ਹੈਗਾ। ਤੇ ਜੇ ਅਸੀਂ ਪੂਰੀ ਦੁਨੀਆ ਦੇ ਵਿੱਚ ਗੱਲ ਕਰੀਏ ਤੇ ਚੀਨ ਦੇ ਬਾਅਦ ਜਿਹੜਾ ਭਾਰਤ ਹੈਗਾ ਇਹ ਰਕਬੇ ਦੇ ਹਿਸਾਬ ਨਾਲ ਦੂਜੇ ਨੰਬਰ ਦਾ ਦੇਸ਼ ਹੈਗਾ। ਤੇ ਇਹਦੇ ਇਲਾਵਾ ਜੇ ਅਸੀਂ ਵੇਖੀਏ ਤੇ ਪੂਰੇ ਭਾਰਤ ਦੇ ਸੇਬ ਦੀ ਜਿਹੜੀ ਪੈਦਾਵਾਰ ਹੈ ਲਗਭਗ 27 ਲੱਖ ਟਨ ਹੈਗੀ ਹੈ, ਜਿਹੜੀ ਕਿ ਅੱਧ ਜੁਲਾਈ ਤੋਂ ਲੈ ਕੇ ਅੱਧ ਅਕਤੂਬਰ ਤੱਕ ਸਾਨੂੰ ਫਲ ਮਿਲਦਾ ਹੈ ਮੰਡੀ ਦੇ ਵਿੱਚ। ਉਹਦੇ ਇਲਾਵਾ ਲਗਭਗ 4 ਲੱਖ ਟਨ ਜਿਹੜਾ ਸੇਬ ਹੈਗਾ ਇਹ ਦੂਜੇ ਦੇਸ਼ਾਂ ਤੋਂ ਜਿਵੇਂ ਕਿ ਆਮ ਤੌਰ 'ਤੇ ਟਰਕੀ, ਈਰਾਨ, ਚੀਲੀ ਜਾਂ ਅਮਰੀਕਾ ਤੋਂ ਭਾਰਤ ਦੇ ਵਿੱਚ ਵੱਖ-ਵੱਖ ਮਹੀਨਿਆਂ ਦੇ ਵਿੱਚ ਆਉਂਦਾ ਹੈ। ਤੇ ਇੱਕ ਹੋਰ ਗੱਲ ਇਹ ਹੈਗੀ ਜਿਹੜਾ ਸੇਬ ਹੈ ਇਹਦੀ ਜਿਹੜੀ ਭੰਡਾਰਨ ਸ਼ਮਤਾ ਬਹੁਤ ਵਧੀਆ ਹੈ ਤੇ 0 ਤੇ 1 ਡਿਗਰੀ ਸੈਂਟੀਗ੍ਰੇਡ ਤੇ ਆਮ ਕੋਲਡ ਸਟੋਰ ਦੇ ਵਿੱਚ ਜਿਹੜੀ ਸੇਬ ਨੂੰ ਆਪਾਂ 3 ਤੋਂ 4 ਮਹੀਨਿਆਂ ਤੱਕ ਬੜੇ ਆਰਾਮ ਨਾਲ ਸਟੋਰ ਕਰ ਸਕਦੇ ਹਾਂ। ਇਹਦੇ ਇਲਾਵਾ ਜਿਹੜੇ ਕੰਟਰੋਲ ਐਟਮੋਸਫੇਰਿਕ ਸਟੋਰੇਜ ਹੁੰਦੇ ਜਿਵੇਂ CA ਸਟੋਰ ਅਸੀਂ ਉਹਨੂੰ ਕਹਿੰਦੇ ਹਾਂ, ਉਹਦੇ ਜਿਹੜਾ ਸੇਬ ਹੈ ਆਪਾਂ 6 ਤੋਂ ਲੈ ਕੇ 11 ਮਹੀਨੇ ਤੱਕ ਬੜੇ ਆਰਾਮ ਨਾਲ ਸਟੋਰ ਕਰ ਸਕਦੇ ਹਾਂ। ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਸੇਬ ਹੈ ਬਹੁਤ ਵਧੀਆ ਤੇ ਉੱਤਮ ਕੁਆਲਿਟੀ ਦਾ ਜਿਹੜਾ ਸੇਬ ਹੈ ਭਾਰਤ ਦੀ ਮੰਡੀਆਂ ਤੇ ਬਾਜ਼ਾਰ ਦੇ ਸਾਰੇ ਸਾਲ ਉਪਲਬਧ ਹੁੰਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਸਨ 2012 ਦੇ ਵਿੱਚ ਸੇਬਾਂ ਦੀ ਘੱਟ ਠੰਡਕ ਦੀ ਲੋੜ ਵਾਲੀ ਕਿਸਮਾਂ 'ਤੇ ਕੰਮ ਸ਼ੁਰੂ ਕੀਤਾ ਤੇ ਸ਼ੁਰੂ ਦੇ ਵਿੱਚ ਸਿਰਫ 2 ਕਿਸਮਾਂ ਇੱਥੇ ਟੈਸਟ ਕੀਤੀ ਗਈ ਸੀਗੀ, ਲੇਕਿਨ 2014 ਤੋਂ ਲਗਭਗ 29 ਕਿਸਮਾਂ ਭਾਰਤ ਦੇ ਵੱਖ-ਵੱਖ ਯੂਨੀਵਰਸਿਟੀਆਂ ਤੋਂ ਤੇ USA ਤੋਂ ਲਿਆਂਦੀ ਗਈ ਸੀਗੀ। ਤੇ ਇਹ ਜਿਹੜੀ ਵੈਰਾਈਟੀਆਂ PAU ਤੇ ਹੋਰ 3 ਸਟੇਸ਼ਨਾਂ ਦੇ ਵਿੱਚ ਟੈਸਟ ਕੀਤੀ ਗਈਆਂ ਤੇ ਇਹਦੇ ਵਿੱਚੋਂ 6-7 ਕਿਸਮਾਂ ਨੂੰ ਜਿਹੜਾ ਵਧੀਆ ਫਲ ਆਇਆ ਸੀ ਤੇ ਉਹਦੇ ਵਿੱਚੋਂ ਜਿਹੜੀ ਅੰਨਾ ਤੇ ਡੋਰਸੈਟ ਗੋਲਡਨ ਕਿਸਮ ਹੈਗੀ ਹੈ ਇਹਨਾਂ ਨੂੰ ਸਭ ਤੋਂ ਵਧੀਆ ਫਲ ਆਇਆ ਤੇ ਲਗਭਗ 30 ਤੋਂ ਲੈ ਕੇ 35 ਕਿਲੋ ਝਾੜ ਪ੍ਰਤੀ ਬੂਟਾ ਸਾਨੂੰ ਮਿਲੀ ਸੀਗੀ। ਤੇ ਇਸ ਕਰਕੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਨਾਂ ਨੇ ਇਹ 2 ਕਿਸਮਾਂ ਨਿੰਮ ਪਹਾੜੀ ਤੇ ਕੇਂਦਰੀ ਪੰਜਾਬ ਦੇ ਵਿੱਚ ਘਰੇਲੂ ਬਗੀਚੀ ਜਾਂ ਛੋਟੇ ਪੱਧਰ ਦੀ ਖੇਤੀ ਲਈ ਸਿਫਾਰਿਸ਼ ਕੀਤੀ ਹੈ। ਤੇ ਜਿਹੜੀ ਛੋਟੇ ਪੱਧਰ ਦੀ ਜਾਂ ਘਰੇਲੂ ਬਗੀਚੀ ਦੇ ਵਿੱਚ ਹੀ ਇਸ ਕਰਕੇ ਸਿਫਾਰਿਸ਼ ਕੀਤੀ ਗਈ ਹੈ ਕਿਉਂਕਿ ਜਿਹੜਾ ਇਹ 2 ਕਿਸਮਾਂ ਨੇ ਇਹਨਾਂ ਦਾ ਜਿਹੜਾ ਫਲ ਦਾ ਆਕਾਰ ਹੈ ਇਹ ਥੋੜ੍ਹਾ ਛੋਟਾ ਰਹਿੰਦਾ ਹੈ ਕਿਉਂਕਿ ਇਹਦਾ ਜਿਹੜਾ ਵਿਆਸ ਹੈ ਉਹ 55 ਤੋਂ ਲੈ ਕੇ 65 mm ਤੱਕ ਰਹਿੰਦਾ ਆਪਣੇ। ਤੇ ਹਾਲਾਂਕਿ ਜੇ ਅਸੀਂ ਗੱਲ ਕਰੀਏ ਜਿਹੜੇ ਠੰਡੇ ਇਲਾਕਿਆਂ ਦਾ ਸੇਬ ਆਉਂਦਾ ਜਾਂ ਜੇ ਮੰਡੀਕਰਨ ਦੇ ਅਸੀਂ ਦੇਖੀਏ ਤਾਂ ਸੇਬ ਦੇ ਲਗਭਗ 80% ਤੋਂ ਵੱਧ ਰੰਗ ਹੋਣਾ ਚਾਹੀਦਾ ਹੈ ਤੇ ਉਹਦਾ ਜਿਹੜਾ ਵਿਆਸ ਹੈ ਉਹ 70 ਤੋਂ 80 ਮਿਲੀਮੀਟਰ ਦੇ ਵਿਚਕਾਰ ਹੋਣਾ ਚਾਹੀਦਾ ਹੈ।
ਲੇਕਿਨ ਜਿਹੜੇ ਗਰਮ ਇਲਾਕਿਆਂ ਦੇ ਵਿੱਚ ਸੇਬਾਂ ਦੇ ਵਿੱਚ ਜਿਵੇਂ ਅੰਨਾ ਕਿਸਮ ਦੇ ਵਿੱਚ ਪੂਰਾ 30-35% ਹੀ ਰੰਗ ਆਉਂਦਾ ਹੈ ਤੇ ਇੱਕ ਇਹਦਾ ਜਿਹੜਾ ਫਲ ਦਾ ਸਹੀ ਆਕਾਰ ਨਹੀਂ ਬਣਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜੇ ਇਹ ਦੋ ਕਿਸਮਾਂ ਹੈਗੀਆਂ ਸਿਰਫ ਘਰੇਲੂ ਬਗੀਚੀ ਅਤੇ ਛੋਟੇ ਪੱਧਤੀ ਖੇਤੀ ਲਈ ਹੀ ਸਿਫਾਰਿਸ਼ ਕੀਤੀ ਹੈਗੀ ਹੈ। ਅਤੇ ਇਹ ਜਿਹੜਾ ਹੁਣ ਤੁਸੀਂ ਇਸ ਟਾਈਮ ਫਲ ਦੇਖ ਰਹੇ ਹੋ, ਇਹ ਜਿਹੜਾ ਹੈਗਾ ਡੋਰਸੈਟ 골ਡਨ ਕਿਸਮ ਦਾ ਫਲ ਹੈ। ਇੱਕ ਅਗੇਤੀ ਕਿਸਮ ਹੈ ਜਿਹੜੀ ਮਈ ਦੇ ਅਖੀਰ ਤੋਂ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਤੱਕ ਤਿਆਰ ਹੁੰਦੀ ਹੈ। ਇਹਦੀ ਜਿਹੜੀ ਝਾੜ ਲਗਭਗ 30 ਕਿਲੋ ਹੈਗੀ ਹੈ ਅਤੇ ਇਹ ਤੁਸੀਂ ਦੇਖੋਗੇ ਥੋੜ੍ਹਾ ਇਹ ਗੋਲਾਕਾਰ ਫਲ ਹੈਗਾ ਅਤੇ ਪੀਲੇ ਰੰਗ ਦਾ ਫਲ ਹੁੰਦਾ, 골ਡਨ ਪੀਲਾ ਜਿਵੇਂ ਸੁਨਹਿਰੀ ਪੀਲੇ ਰੰਗ ਦਾ ਫਲ ਹੈਗਾ। ਅਤੇ ਇਹ ਖਾਣ ਦੇ ਵਿੱਚ ਇਹਦੀ ਮਿਠਾਸ ਅਤੇ ਲਗਭਗ 13% ਮਿਠਾਸ ਹੈ ਅਤੇ 0.4% ਖਟਾਸ ਹੈਗੀ ਹੈ। ਅਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਇਹਦੀ ਖਾਣ ਵਾਲੀ ਕੁਆਲਿਟੀ ਹੈ ਬਹੁਤ ਵਧੀਆ ਹੈਗੀ ਹੈ। ਅਤੇ ਇਹਦੇ ਇਲਾਵਾ ਜਿਹੜੀ ਦੂਜੀ ਕਿਸਮ ਹੁਣ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਅੰਨਾ ਕਿਸਮ। ਜਿਹੜੀ ਅੰਨਾ ਕਿਸਮ ਹੈਗੀ ਹੈ ਇਹਦੀ ਵੀ ਝਾੜ ਲਗਭਗ 32 ਕਿਲੋ ਦੇ ਤਕਰੀਬਨ ਇਹਦੀ ਝਾੜ ਹੈਗੀ ਹੈ। ਅਤੇ ਉਹਦੇ ਇਲਾਵਾ ਇਹਦੀ ਜਿਹੜੀ ਮਿਠਾਸ ਹੈਗੀ ਹੈ ਉਹ ਲਗਭਗ ਉਹ ਵੀ 12.7% ਤੋਂ 13% ਤੱਕ ਰਹਿੰਦੀ ਹੈ ਅਤੇ ਖਟਾਸ ਇਹਦੀ ਵੀ 0.3 ਤੋਂ ਲੈ ਕੇ 0.4% ਤੱਕ ਰਹਿੰਦੀ ਹੈ। ਅਤੇ ਇਹਦਾ ਜਿਹੜਾ ਸਵਾਦ ਹੈ ਵੀ ਅਸੀਂ ਕਹਿ ਸਕਦੇ ਹਾਂ ਕਾਫੀ ਵਧੀਆ ਹੈ। ਅਤੇ ਹਾਲਾਂਕਿ ਇਹਨਾਂ ਦੋਵਾਂ ਕਿਸਮਾਂ ਦਾ ਜਿਹੜਾ ਆਕਾਰ ਹੈ ਛੋਟਾ ਹੈ ਅਤੇ ਇਸ ਕਰਕੇ ਫਿਰ ਵੀ ਇਹਨਾਂ ਦੇ ਜਿਹੜੀ ਖਾਣ ਦੀ ਕੁਆਲਿਟੀ ਹੈ ਬਹੁਤ ਵਧੀਆ ਹੈ ਅਤੇ ਇਸ ਕਰਕੇ ਦੋ ਕਿਸਮਾਂ ਸਿਫਾਰਿਸ਼ ਕੀਤੀ ਗਈ ਹੈ। ਅਤੇ ਜਿਹੜੇ ਸੇਬ ਦੇ ਬੂਟੇ ਨੇ ਇਹ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤੁਸੀਂ ਲੈ ਸਕਦੇ ਹੋ। ਅਤੇ ਇਹਦੇ ਜਿਹੜੀ ਦੋਵੇਂ ਕਿਸਮਾਂ ਹੈਗੀਆਂ, ਜੇ ਤੁਸੀਂ ਦੋਵੇਂ ਕਿਸਮਾਂ ਇਕੱਠੀ ਲਾਉਂਦੇ ਹੋ ਅਤੇ ਜਿਹੜੀ ਅੰਨਾ ਕਿਸਮ ਹੈ ਇਹਨੂੰ ਵਧੀਆ ਝਾੜ ਪੈਂਦਾ ਅਤੇ ਨਾਲ ਹੀ ਇਹਦਾ ਸਾਈਜ਼ ਵੀ ਫਲ ਦਾ ਸਹੀ ਹੁੰਦਾ। ਅਤੇ ਜੇ ਅਸੀਂ ਇੱਕ ਕਿਸਮ ਲਾਉਣਾ ਜਾਂ ਇੱਕ ਹੀ ਬੂਟਾ ਲਾਉਣਾ ਚਾਹੁੰਦੇ ਤਾਂ ਸਾਨੂੰ ਡੋਰਸੈਟ 골ਡਨ ਦਾ ਬੂਟਾ ਲਾਉਣਾ ਚਾਹੀਦਾ ਜਿਹਨੂੰ ਕਿਸੇ ਹੋਰ ਕਿਸਮ ਦੀ ਲੋੜ ਨਹੀਂ ਹੁੰਦੀ ਪਰ ਪਰਾਗਣ ਲਈ। ਅਤੇ ਜਿਹੜੇ ਸੇਬ ਦੇ ਬੂਟੇ ਨੇ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਪੂਰੀ ਸਦਾਈ ਅਤੇ ਕਟਾਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਸੇਬ ਨੇ ਇਹ 2 ਸਾਲ ਜਾਂ ਉਸ ਤੋਂ ਪੁਰਾਣੀ ਟਾਹਣੀਆਂ 'ਤੇ ਹੀ ਲੱਗਦੇ ਨੇ, ਜਿਹੜੇ ਸਪਰਸ 'ਤੇ ਲੱਗਦੇ ਨੇ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਜਿਹੜੇ ਸਪਰਸ ਨੇ ਇਹਨਾਂ ਸਪਰਸ 'ਤੇ ਫਲ ਲੱਗਦਾ ਜਿਹਨਾਂ ਨੂੰ ਘੁੰਗੇ ਅਸੀਂ ਕਹਿੰਦੇ ਹੈਗੇ। ਅਤੇ ਜਦੋਂ ਅਸੀਂ ਬੂਟਾ ਲਾਉਂਦੇ ਸਾਰ ਹੀ ਅਸੀਂ ਇਹਨੂੰ ਲਗਭਗ ਪੌਣੇ ਮੀਟਰ 75 ਸੈਂਟੀਮੀਟਰ 'ਤੇ ਇਹਨੂੰ ਕੱਟਣਾ ਹੈ। ਅਤੇ ਉਹਦੇ ਬਾਅਦ ਜਦੋਂ ਟਾਹਣੀ ਆਉਂਦੀ ਅਸੀਂ ਕੋਈ ਵੀ ਟਾਹਣੀ ਲਗਭਗ 1.5 ਫੁੱਟ ਤੋਂ ਥੱਲੇ ਨਹੀਂ ਰੱਖਣੀ ਹੈ, ਜਿਹਦੇ ਕਰਕੇ ਉਹਦੇ 1.5 ਫੁੱਟ ਦੇ ਉੱਤੇ ਅਸੀਂ ਸਾਰੀ ਟਾਹਣੀਆਂ ਰੱਖਣੀਆਂ। ਅਤੇ ਜਿਹੜੀ ਟਾਹਣੀਆਂ ਆਉਂਦੀ ਹੈ ਅਸੀਂ ਉਹਨਾਂ ਨੂੰ 45 ਡਿਗਰੀ 'ਤੇ ਬੈਂਡ ਕਰ ਲੈਣਾ। ਜੇ ਅਸੀਂ ਬੈਂਡਿੰਗ ਕਰਦੇ ਹਾਂ ਤਾਂ ਲਾਈਟ ਅੰਦਰ ਸਹੀ ਤਰੀਕੇ ਨਾਲ ਬੂਟੇ ਜਾਂਦੀ ਹੈ ਅਤੇ ਉਹਦੇ ਵਧੀਆ ਘੁੰਗੇ ਬਣਦੇ ਹੈਗੇ। ਅਤੇ ਜਦੋਂ ਬੂਟਾ ਵੱਧਦਾ ਹੈਗਾ ਅਤੇ ਉਹਦੇ ਬਾਅਦ ਅਗਲੀ ਸਰਦੀਆਂ ਦੇ ਵਿੱਚ ਅਸੀਂ ਉਹਦੀ ਟੀਸੀਆਂ ਦੀ ਕਟਾਈ ਕਰਨੀ ਹੈ ਸਾਰੀ ਟਾਹਣੀਆਂ ਦੀ। ਜਿਵੇਂ ਜਿਵੇਂ ਬੂਟੇ ਦੀ ਉਮਰ ਵੱਧਦੀ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਟਾਹਣੀਆਂ ਆਉਂਦੀ ਹੈ ਕਿਉਂਕਿ ਗਰਮ ਇਲਾਕੇ ਦੇ ਬੂਟੇ ਦੀ ਗਰੋਥ ਜ਼ਿਆਦਾ ਹੋਣ ਕਰਕੇ ਤੁਸੀਂ ਦੇਖ ਰਹੇ ਹੋ ਜਿਹੜੇ ਅੰਦਰ ਨੂੰ ਜਿਹੜੀ ਜਾਣ ਵਾਲੀ ਟਾਹਣੀ ਅਸੀਂ ਕੱਟਣੀ ਹੈ। ਅਤੇ ਉਹਦੇ ਇਲਾਵਾ ਜਦੋਂ ਅਸੀਂ ਇੱਕ ਜਿਹੜੀ ਫਲ ਦਾ ਟਾਹਣੀਆਂ ਦੀ ਜਿਹੜੀ ਟੀਸੀਆਂ ਨੇ ਉੱਥੇ ਜਿਹੜੀ ਸ਼ੁਰੂ ਵਾਲੀ ਟਾਹਣੀਆਂ ਵੀ ਅਸੀਂ ਸਿੰਗਲ ਕਰਨੀ ਹੈ ਤਾਂ ਜੋ ਉਹਦੇ ਵਿੱਚ ਵਧੀਆ ਲਾਈਟ ਜਾਏ ਅਤੇ ਵਧੀਆ ਘੁੰਗੇ ਉਹਦੇ 'ਤੇ ਬਣ ਸਕਣ। ਅਤੇ ਇਹਦੇ ਇਲਾਵਾ ਜੇ ਫਲ ਦੀ ਅਸੀਂ ਗੁਣਵੱਤਾ ਦੀ ਗੱਲ ਕਰੀਏ ਅਤੇ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਕਾਫੀ ਜ਼ਿਆਦਾ ਗੁੱਛਿਆਂ 'ਚ ਫਲ ਲੱਗਦਾ ਹੈ, ਇੱਕ ਘੁੰਗੇ 'ਤੇ ਲਗਭਗ 5 ਤੋਂ 6 ਫਲ ਲੱਗਦੇ ਨੇ। ਅਤੇ ਫਲ ਦੇ ਵਧੀਆ ਵਿਆਸ ਲਈ, ਵਧੀਆ ਸਾਈਜ਼ ਲਈ ਅਤੇ ਵਧੀਆ ਰੰਗ ਕੁਆਲਿਟੀ ਲਈ ਸਾਨੂੰ ਇਹਦੀ ਥਿਨਿੰਗ ਕਰਨੀ ਬਹੁਤ ਜ਼ਰੂਰੀ ਹੈ। ਅਤੇ ਜਦੋਂ ਤੁਹਾਡਾ ਜਿਹੜਾ ਫਲ ਹੈ ਉਹ ਮਟਰ ਦੇ ਦਾਣੇ ਦੇ ਆਕਾਰ ਦਾ ਹੈਗਾ, ਜਿਹੜੇ ਮਾਰਚ ਦੇ ਮਹੀਨੇ 'ਚ ਹੁੰਦਾ ਹੈ, ਅੱਧ ਮਾਰਚ ਦੇ ਨੇੜੇ ਤੇੜੇ, ਉਸ ਟਾਈਮ ਅਸੀਂ ਸਿਰਫ 1 ਜਾਂ 2 ਸਭ ਤੋਂ ਵੱਡੇ ਫਲ ਹੀ ਹਰ ਸਪਰ 'ਤੇ ਰੱਖਣੇ ਹੈਗੇ ਆ, ਜਿਹਦੇ ਕਰਕੇ ਉਹਦਾ ਜਿਹੜਾ ਸਾਈਜ਼ ਵਧੀਆ ਬਣੂਗਾ, ਰੰਗ ਵਧੀਆ ਬਣੂਗਾ ਅਤੇ ਉਹਦੀ ਜਿਹੜੀ ਕੁਆਲਿਟੀ ਵੀ ਵਧੀਆ ਹੋਊਗੀ। ਅਤੇ ਇਸ ਤਰੀਕੇ ਨਾਲ ਜੇ ਕਾਫੀ ਗਰਮੀ ਜਦੋਂ ਪੈਂਦੀ ਹੈ ਤਾਂ ਅਸੀਂ ਜੇ ਮਈ ਦੇ ਮਹੀਨੇ ਜਾਂ ਜੂਨ ਦੇ ਪਹਿਲੇ ਜਿਹੜੇ ਪੰਦਵਾੜੇ ਦੇ ਜੇ ਅਸੀਂ ਹਰਾ ਨੈੱਟ ਵੀ ਉੱਤੇ ਪਾਉਂਦੇ ਹੈਗੇ ਤਾਂ ਵੀ ਇਹਦੀ ਜਿਹੜੀ ਹੈਗੀ ਹੈ ਗੁਣਵੱਤਾ ਵਧੀਆ ਬਣਦੀ ਹੈ।
ਜਦੋਂ ਇਹ ਸੇਬਾਂ ਦੀ ਵੈਰਾਈਟੀਆਂ ਦੋ ਪੰਜਾਬ ਦੀ ਕਾਸ਼ਤ ਲਈ ਆਪਾਂ ਸਿਫਾਰਿਸ਼ ਕੀਤੀਆਂ, ਤੁਸੀਂ ਇਹਦੇ ਪਿਛੋਕੜ ਬਾਰੇ ਆਪਣੇ ਮੂੰਹੋਂ ਰਾਹੀਂ ਦੱਸੋ ਵੀ ਕਿੱਥੋਂ ਇਹ ਤੁਸੀਂ ਕਿਸਮਾਂ ਲਿਆਂਦੀਆਂ ਤੇ ਉਸ ਤੋਂ ਬਾਅਦ ਪਰਖ ਜਿਹੜੀ ਕੀਤੀ ਆ ਵੱਖ-ਵੱਖ ਥਾਵਾਂ ਤੇ ਪਰਖ ਕੀਤੀ ਹੈ। ਗੱਲ ਕਰਦੇ ਹਾਂ ਜੀ, ਆਓ ਜੀ ਪਲੀਜ਼। ਇਹ ਡਾਕਟਰ ਸਾਹਿਬ 2012 ਦੇ ਵਿੱਚ ਹਾਰਟੀਕਲਚਰ ਯੂਨੀਵਰਸਿਟੀ ਸੋਲਨ ਤੋਂ ਦੋ ਕਿਸਮਾਂ ਇੱਥੇ ਲਿਆਂਦੀ ਗਈ ਸੀਗੀ। ਠੀਕ ਹੈ ਜੀ। ਤੇ ਉਹਦੇ ਬਾਅਦ 2014 ਦੇ ਵਿੱਚ ਇੱਕ ਮੁਕੰਮਲ ਤਜਰਬਾ ਇੱਥੇ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਅਸੀਂ 29 ਵੈਰਾਈਟੀਆਂ ਸੈਂਟਰਲ ਇੰਸਟੀਚਿਊਟ ਆਫ ਟੈਂਪਰੇਟ ਹਾਰਟੀਕਲਚਰ ਸੋਲਨ ਦੇ ਵੱਖ-ਵੱਖ ਸਟੇਸ਼ਨ ਤੇ ਅਮਰੀਕਾ ਤੋਂ ਅਸੀਂ 8 ਵੈਰਾਈਟੀਆਂ ਲਿਆ ਕੇ ਕੁੱਲ ਟੋਟਲ ਇੱਥੇ 29 ਵੈਰਾਈਟੀਆਂ ਅਸੀਂ ਟੈਸਟ ਕੀਤੀ। ਅੱਛਾ। ਤੇ ਨਾਲ ਦੀ ਨਾਲ ਅਸੀਂ ਇਹ ਵੈਰਾਈਟੀਆਂ ਜਿਵੇਂ ਅਸੀਂ ਕੰਢੀ ਏਰੀਆ ਦੇ ਸਾਡਾ ਬੱਲੋਵਾਲ ਸੌਂਕੜੀ ਸਟੇਸ਼ਨ ਉੱਥੇ ਵੀ ਲਾਈ, ਗੁਰਦਾਸਪੁਰ ਅਸੀਂ ਲਾਈ, ਪਠਾਨਕੋਟ ਦੇ 'ਚ ਅਸੀਂ ਲਾਈ। ਠੀਕ ਹੈ ਜੀ। ਜਿਹੜਾ ਗੰਗੀਆਂ ਸਾਡਾ ਸਟੇਸ਼ਨ ਹੈਗਾ ਹੁਸ਼ਿਆਰਪੁਰ, ਉੱਥੇ ਵੀ ਅਸੀਂ ਟੈਸਟ ਕੀਤੀ। ਹਾਂ। ਤੇ ਇਹਦੇ ਵਿੱਚ 6-7 ਕਿਸਮਾਂ ਨੂੰ ਫਰੂਟ ਆਇਆ ਸੀ ਤੇ ਉਹਦੇ ਵਿੱਚ ਬਾਅਦ ਅਸੀਂ ਜਿਹੜੀ ਦੋ ਕਿਸਮਾਂ ਸੀਗੀ ਅੰਨਾ ਤੇ ਡੋਰਸਟ 골ਡਨ, ਇਹਦੇ ਵਿੱਚ ਵਧੀਆ ਫਲ ਆਇਆ, ਜਿਵੇਂ 30-35 ਕਿਲੋ ਦੇ ਕਰੀਬ ਝਾੜ ਸੀਗੀ ਪ੍ਰਤੀ ਬੂਟਾ ਜੀ। ਤੇ ਅਸੀਂ ਇਹਨਾਂ ਨੂੰ ਨਿੰਮ ਪਹਾੜੀ ਇਲਾਕੇ ਤੇ ਕੇਂਦਰੀ ਇਲਾਕਿਆਂ ਦੇ ਵਿੱਚ ਘਰੇਲੂ ਬਗੀਚੀ ਜਾਂ ਛੋਟੇ ਪੱਧਰ ਦੀ ਖੇਤੀ ਦੀ ਸਿਫਾਰਿਸ਼ ਕੀਤਾ। ਅੱਛਾ, ਠੀਕ ਹੈ ਡਾਕਟਰ ਸਾਹਿਬ, ਬੜੀ ਖੁਸ਼ੀ ਦੀ ਗੱਲ, ਕਿਉਂਕਿ ਬਾਗ ਦੇਖ ਰਹੇ ਹਾਂ ਬੜਾ ਸੋਹਣਾ ਵੀ ਫਲ ਲੱਗਾ ਵਾ। ਹੁਣ ਉਸ ਤੋਂ ਬਾਅਦ ਅਗਲੀ ਗੱਲ ਡਾਕਟਰ ਸਾਹਿਬ ਇਹ ਆਉਂਦੀ ਹੈ ਜੀ, ਜੇ ਇਸ ਪਾਸੇ ਸਾਡੇ ਕਿਸੇ ਕਿਸਾਨ ਵੀਰ ਨੇ, ਨੌਜਵਾਨ ਆਪਾਂ ਕੀ ਕਿਸਾਨ ਨੇ, ਉਦਮੀ ਕਿਸਾਨ ਨੇ, ਇਸ ਪਾਸੇ ਜਾਣਾ ਹੈ, ਕਿੱਥੋਂ ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਤੇ ਕਿੱਥੋਂ ਇਸ ਬਾਰੇ ਹੋਰ ਜਾਣਕਾਰੀ ਲਈ ਜਾ ਸਕਦੀ, ਉਹ ਪਲੀਜ਼ ਉਹ ਜ਼ਰੂਰ ਸਾਂਝਾ ਕਰੋ ਜੀ। ਡਾਕਟਰ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸੇਬ ਹੈ, ਕਿਉਂਕਿ ਇੱਥੇ ਜਦੋਂ ਫਲ ਪੱਕਦਾ ਉਸ ਕਾਫੀ ਜ਼ਿਆਦਾ ਗਰਮੀ ਹੋ ਜਾਂਦੀ ਹੈ, ਜਿਹਦੇ ਕਰਕੇ ਰੰਗ ਸਹੀ ਨਹੀਂ ਆਉਂਦਾ, ਤਕਰੀਬਨ 25-30% ਫਲ ਨੂੰ ਹੀ ਰੰਗ ਆਉਂਦਾ ਜੀ। ਉਹਦੇ ਇਲਾਵਾ ਸਾਡਾ ਸਾਈਜ਼ ਵੀ ਦਰਮਿਆਨਾ ਰਹਿੰਦਾ, ਜਿਹਦਾ ਜਿਹੜਾ ਅਸੀਂ ਵਿਆਸ ਕਹੀਏ 55 ਤੋਂ ਲੈ ਕੇ 65 ਮਿਲੀਮੀਟਰ ਤੱਕ ਹੁੰਦਾ ਹੈ। ਤੇ ਜੇ ਅਸੀਂ ਜਿਹੜਾ ਮਾਰਕੀਟ ਦੇ ਵੱਧ ਤੋਂ ਵੱਧ ਉਸ ਸੇਬ ਨੂੰ ਮਿਲਦਾ ਹੈ ਜਿਹਦਾ ਰੰਗ 80% ਜ਼ਿਆਦਾ ਹੋਏ ਤੇ 70 ਤੋਂ 80 ਮਿਲੀਮੀਟਰ ਦਾ ਵਿਆਸ ਹੋਏ। ਅੱਛਾ। ਤੇ ਆਪਣਾ ਸਾਈਜ਼ ਦਰਮਿਆਨਾ ਹੋਣ ਕਰਕੇ ਤੇ ਰੰਗ ਘੱਟ ਹੋਣ ਕਰਕੇ, ਹਾਲਾਂਕਿ ਮਿਠਾਸ ਵਗੈਰਾ ਬਹੁਤ ਵਧੀਆ ਹੁੰਦੀ ਹੈ, ਜੂਸ ਵੀ ਦਾ ਵਧੀਆ ਹੁੰਦਾ, ਤੇ ਅਸੀਂ ਇਹਨੂੰ ਇਸ ਕਰਕੇ ਘਰੇਲੂ ਬਗੀਚੀ ਜਾਂ ਛੋਟੇ ਪੱਧਰ ਦੀ ਖੇਤੀ ਲਈ ਹੀ ਸਿਫਾਰਿਸ਼ ਕੀਤਾ ਹੈ। ਤੇ ਜਿਹੜੇ ਇਹਦੇ ਬੂਟੇ ਨੇ ਉਹ ਜਨਵਰੀ ਦੇ ਮਹੀਨੇ ਤੁਸੀਂ ਆਪਦੀ ਘਰੇਲੂ ਬਗੀਚੀ ਜਾਂ ਛੋਟੇ ਪੱਧਰ ਤੇ ਲਾ ਸਕਦੇ ਹੋ। ਤੇ ਉਹਦੀ ਜਨਵਰੀ ਦੇ ਪੀਯੂ ਤੋਂ ਲੁਧਿਆਣੇ ਤੋਂ ਬੂਟੇ ਮਿਲਦੇ ਨੇ। ਤੇ ਜੇ ਗਾਂ ਨੂੰ ਜਿਸ ਤਰੀਕੇ ਨਾਲ ਕੁਝ ਜ਼ਿਮੀਂਦਾਰਾਂ ਨੇ ਥੋੜੇ ਵੱਡੇ ਪੱਧਰ ਤੇ ਵੀ ਸੇਬ ਲਾਏ ਹੋਏ ਨੇ, ਤੇ ਉਹ ਕਹਿ ਰਹੇ ਵੀ ਉਹਨਾਂ ਨੂੰ ਵਧੀਆ ਰੇਟ ਮਿਲ ਰਿਹਾ। ਤੇ ਜੇ ਅਸੀਂ ਗਾਂ ਨੂੰ ਦੇਖਾਂਗੇ ਵੀ ਇਹਦੀ ਕਮਰਸ਼ੀਅਲ ਵਾਇਬਿਲਿਟੀ ਬਣਦੀ ਹੈ, ਵਪਾਰਿਕ ਪੱਧਰ ਤੇ ਸਹੀ ਹੁੰਦਾ, ਤੇ ਯੂਨੀਵਰਸਿਟੀ ਨੂੰ ਉਸ ਤਰੀਕੇ ਨਾਲ ਵੀ ਸਿਫਾਰਿਸ਼ ਕਰੂਗੀ। ਲੇਕਿਨ ਹਾਲ ਦੀ ਘੜੀ ਅਸੀਂ ਇਹਨੂੰ ਸਿਰਫ ਘਰੇਲੂ ਬਗੀਚੇ ਦੇ ਛੋਟੇ ਪੱਧਰ ਦੀ ਖੇਤੀ ਲਈ ਹੀ ਸਿਫਾਰਿਸ਼ ਕੀਤਾ। ਵੈਰੀ ਗੁੱਡ ਡਾਕਟਰ ਸਾਹਿਬ, ਬਹੁਤ ਚੰਗੀ ਗੱਲ ਹੈ। ਸੋ ਜਿਹੜੀ ਅਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ ਪੰਜਾਬ ਦੀ ਜ਼ਰਖੇਜ਼ ਧਰਤੀ ਦੇ ਲਈ, ਵੱਖ-ਵੱਖ ਪਾਸੇ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਰ ਰਹੀ ਹੈ। ਅਸੀਂ ਪਹਿਲਾਂ ਜੋ ਲੜੀ ਸ਼ੁਰੂਆਤ ਕੀਤੀ ਸੀ ਡਰੈਗਨ ਫਰੂਟ ਦੀ ਗੱਲ ਕੀਤੀ, ਹੋਰ ਉਸ ਤੋਂ ਬਾਅਦ ਆਰਗੈਨਿਕ ਖੇਤੀ ਦੇ ਲਈ ਮਾਡਲ ਅਸੀਂ ਦਿਖਾਇਆ ਸੀਗਾ ਡਾਕਟਰ ਸੋਹਣ ਸਿੰਘ ਵਾਲੀਆ ਵੱਲੋਂ ਤਿਆਰ ਕੀਤੇ। ਫਿਰ ਅਸੀਂ ਮਸ਼ਰੂਮ ਫਾਰਮਿੰਗ ਸੰਬੰਧੀ ਤੁਹਾਡੇ ਨਾਲ ਗੱਲ ਕੀਤੀ। ਫਿਰ ਅਸੀਂ ਜੋ ਖਾਸ ਕਰ ਸੇਬਾਂ ਦੀ ਕਾਸ਼ਤ ਵੀ ਸਿਆਲ ਦੇ ਵਿੱਚ ਕਿਵੇਂ ਅਸੀਂ ਪਰੂਣੀ ਕਰਨੀ ਹੈ, ਉਹਦੇ ਬਾਰੇ ਡਿਟੇਲ 'ਚ ਜਾਣਕਾਰੀ ਪ੍ਰਾਪਤ ਕੀਤੀ। ਹੁਣ ਸੇਬਾਂ ਦੇ ਤੁਸੀਂ ਬਕਾਇਦਾ ਤੌਰ 'ਤੇ ਵੇਖ ਵੀ ਰਹੇ ਹੋ ਕਿੱਦਾਂ ਦਾ ਫਰੂਟ ਸਾਡੇ ਕੋਲ ਆ ਰਿਹਾ। ਡਾਕਟਰ ਅਨਿਰੁੱਧ ਠਾਕੁਰ ਨੇ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਸਰ।